ਤੇ ਹੁਣ ਗੱਲ ਅੰਮ੍ਰਿਤਪਾਲ ਸਿੰਘ ਦੀ 27ਵਾਂ ਦਿਨ ਹੋ ਚੁੱਕਿਆ ਹੈ ਅੰਮ੍ਰਿਤਪਾਲ ਸਿੰਘ ਨੂੰ ਫਰਾਰ ਹੋਏ ਅੰਮ੍ਰਿਤਪਾਲ ਸਿੰਘ ਨੂੰ ਭੱਜੇ ਹੋਏ 27ਵਾਂ ਦਿਨ ਆਪਰੇਸ਼ਨ ਅੰਮ੍ਰਿਤਪਾਲ ਜਿਸ ਦਿਨ ਪੁਲਿਸ ਨੇ ਸ਼ੁਰੂ ਕੀਤਾ ਸੀ ਅੱਜ 27ਵਾਂ ਦਿਨ ਹੋ ਚੁੱਕਿਆ ਪਰ ਹਾਲੇ ਤੱਕ ਅੰਮ੍ਰਿਤਪਾਲ ਪੁਲਿਸ ਦੀ ਪਕੜ ਤੋਂ ਬਾਹਰ ਹੈ ਪਰ ਪੁਲਿਸ ਨੂੰ ਹੋਰ ਬਹੁਤ ਸਾਰੇ ਬ੍ਰੇਕ ਥਰੂ ਮਿਲ ਰਹੇ ਨੇ ਅੰਮ੍ਰਿਤਪਾਲ ਤੱਕ ਪਹੁੰਚਣ ਦੇ ਲਈ ਤਾਜ਼ਾ ਖਬਰ ਹੁਸ਼ਿਆਰਪੁਰ ਤੋਂ दो ਜਿਹੜੇ ਸਕੇ ਭਰਾ ਨੇ ਉਹ ਪੁਲਿਸ ਨੇ ਅਰੈਸਟ ਕੀਤੇ ਨੇ ਇਹਨਾਂ ਦੀ ਡਿਟੇਲ ਦੱਸਦੇ ਹਾਂ ਅਸੀਂ ਕੀ ਕੁਝ ਹੈ ਹਾਲਾਂਕਿ ਇਹ ਜਾਣਕਾਰੀ ਸਾਰੀ ਸੋਰਸਸ ਤੋਂ ਹੈ ਪੁਲਿਸ ਨੇ ਹਾਲੇ ਤੱਕ ਆਫੀਸ਼ੀਅਲ ਸਟੇਟਮੈਂਟ ਇਸ ਬਾਬਤ ਜਾਰੀ ਨਹੀਂ ਕੀਤੀ ਜਾਂ ਇਸ ਦੀ ਪੁਲਿਸ ਨੇ ਆਫੀਸ਼ੀਅਲੀ ਪੁਸ਼ਟੀ ਨਹੀਂ ਕੀਤੀ ਪਰ ਸੋਰਸਸ ਤੋਂ ਜੋ ਜਾਣਕਾਰੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਦੋ ਸਕੇ ਭਰਾ ਪੁਲਿਸ ਨੇ ਹਿਰਾਸਤ 'ਚ ਲਏ ਨੇ ਇਹਨਾਂ ਦਾ ਰੋਲ ਕੀ ਸੀ ਜਿਨ੍ਹਾਂ ਨੂੰ ਫੜਿਆ ਪਿੰਡ ਰਾਜਪੁਰਾ ਭਾਈਆਂ ਹੈ ਉੱਥੋਂ ਦੇ ਇਹ ਰਹਿਣ ਵਾਲੇ ਨੇ ਹੁਸ਼ਿਆਰਪੁਰ ਦਾ ਪਿੰਡ ਰਾਜਪੁਰਾ ਭਾਈਆਂ 28 ਮਾਰਚ ਨੂੰ ਜਿਸ ਦਿਨ ਖਬਰ ਆਉਂਦੀ ਹੈ कि अमृतपाल एक इनोवा दे विच पहुंचा है और जदों पुलिस नूं इसकी जानकारी मिलती है तो अमृतपाल अराइयां पिंड तो फरार हो जाता है उस वेले अमृतपाल अराइयां पिंड तो फरार होके अगे 3-4 किलोमीटर जाके एक पिंड पैंदा है राजपुरा पाइयां उत्थे पहुंचदा है खेतां दे विच जो सोर्सेस तो जानकारी है उत्थे खेतां च पहुंचदा है उत्थे दो भरा गुरदीप सिंह ते कुलदीप सिंह सके भरा जिहड़े दस्से जा रहे हैं वो खेतां दे विच माइनिंग कर रहे सी ट्राली भर रहे सी और उत्थे ਅੰਮ੍ਰਿਤਪਾਲ ਉਹਨਾਂ ਦੇ ਕੋਲ ਪਹੁੰਚ ਗਿਆ ਅੰਮ੍ਰਿਤਪਾਲ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਮੈਨੂੰ ਭੁੱਖ ਲੱਗੀ ਹੈ ਖਾਣਾ ਚਾਹੀਦਾ ਤਾਂ ਉਹ ਅੰਮ੍ਰਿਤਪਾਲ ਨੂੰ ਆਪਣੇ ਨਾਲ ਘਰ ਲੈ ਗਏ ਉੱਥੇ ਜਾ ਕੇ ਉਹਨਾਂ ਨੇ ਅੰਮ੍ਰਿਤਪਾਲ ਨੂੰ ਖਾਣਾ ਖਵਾਇਆ ਤੇ ਉਸ ਨੂੰ ਆਪਣੇ ਕੱਪੜੇ ਦਿੱਤੇ ਟਰੈਕਟਰ ਤੇ ਬਿਠਾ ਕੇ ਉਹ ਅੰਮ੍ਰਿਤਪਾਲ ਨੂੰ ਲੈ ਕੇ ਗਏ ਸੀ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਜਦੋਂ ਪਿੰਡ ਮਰਨਾਈਆਂ ਦੇ ਵਿੱਚ ਅੰਮ੍ਰਿਤਪਾਲ ਇਨੋਵਾ ਗੱਡੀ ਛੱਡ ਕੇ ਭੱਜਿਆ ਸੀ ਤਾਂ ਉਸ ਵੱਲੋਂ ਟਰੈਕਟਰ ਟਰਾਲੀ ਲਿਜਾ ਰਹੇ ਇਹਨਾਂ ਦੋ ਭਰਾਵਾਂ ਨੂੰ ਰੋਕਿਆ ਗਿਆ ਸੀ ਇਹਨਾਂ ਤੋਂ ਖਾਣਾ ਮੰਗਿਆ ਗਿਆ ਸੀ ਉਸ ਤੋਂ ਬਾਅਦ ਇਹਨੂੰ ਘਰ ਲੈ ਗਏ और उसते घरों 2-3 लोग चिट्टे रंग की एक कार चाहे तो उसनू नाल लैके चले गए ये भी एक स्टोरी है जिसनू लैके पुलिस जिहड़ी है अमृतपाल तक अगे दी अगे कड़ियां जोड़ के पहुंचने की कोशिश कर रही है मनोज राठी मेरे सहयोगी जुड़ गए ने इस ते होर गलबात करने के लिए मनोज एक तो एक कड़ी जुड़ रही है आप समझ सकते हैं कि जदों पुलिस किसी नू ट्रैक कर रही हुंदी है जो पुलिस का मोडस ऑपरेंडी हुंदा है किसी भी क्रिमिनल नू जो फरार है उसनू फड़न दे लई तां ऐसे विच हर कड़ी निक्की तो निक्की जोड़ी जाती है कि वह कित्थे खड़ा सी किने देखिया सी किहड़े मोटरसाइकिल ते बैठा सी किहड़ी ट्राली तो लिफ्ट लई सी किते हर चीज़ सो ये जिहड़ी थ्योरी है हुशियारपुर दे विच दो भरा फड़े गए ने कि पुलिस अधिकारी इस बारे कोई चाहे दबी जुबान च सही दस रहे हैं भी ये थ्योरी सही है बिल्कुल विजय जी हुण तक दी इन्वेस्टिगेशन च आया जिद्दां तुसीं भी जिक्र किया ते गुरदीप ते कुलदीप ये दोवें भरा ने पुलिस ने इन्हों चुक्या है जिहड़े पुख्ता जिहड़े सोर्सिस सानू टॉप सोर्सिस जिहड़े जानकारी दे रहे हैं हालांकि ऑन रिकॉर्ड या कैमरे के अगे किसी भी तरह की कोई गलबात नहीं करता नजर आ रहा अमृतपाल बारे लेकिन इहदे विच कई चीज़ों का जिहड़ा हैगा पुलिस इन्वेस्टिगेशन च सामने आया सीगा कि दोवें भरावां दा रोल की है क्योंकि जद इनोवा गड्डी छड्ड के अमृतपाल उत्थों भज्या जिहड़े काउंटर इंटैलीजेंस नू इन्फॉर्मेशन सी उहदे पिछे गड्डी लाई हुई सी गड्डी चेज कर रही सी और उस तो बाद अचानक अमृतपाल गायब हो जाता एक सस्पेंस बरकरार सीगा कि आखिर वो गया कित्थे तां हुण किते ना किते गुत्थी जिहड़ी आ ਉਹ खुलती नजर आ रही है ਇਹਦੇ ਵਿੱਚ ਜਿਹੜੇ ਟੌਪ ਸੋਰਸਿਸ जानकारी दे रहे हैं कि ਦੋਵੇਂ ਜਿਹੜੇ ਭਰਾ ਹੈ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਕੋਲ ਪਹੁੰਚਾ ਸੀਗਾ ਉਹਨੂੰ ਘਰ ਲੈ ਕੇ ਗਏ ਉਹਨੂੰ ਖਾਣਾ ਖਿਲਾਇਆ ਉਹਨੂੰ ਕੱਪੜੇ ਵੀ ਦਿੱਤੇ ਆ ਉਹਨੇ ਕੱਪੜੇ ਵੀ ਚੇਂਜ ਕੀਤੇ ਆ ਉੱਥੇ ਅੰਮ੍ਰਿਤਪਾਲ ਨੇ ਕੱਪੜੇ ਵੀ ਚੇਂਜ ਕੀਤੇ ਔਰ ਉਸ ਤੋਂ ਬਾਅਦ ਕਰੀਬ ਆਧਾ 1 ਘੰਟੇ ਬਾਅਦ ਇੱਕ ਵਾਈਟ ਕਲਰ ਦੀ ਆਪਾਂ ਸਵਿਫਟ ਗੱਡੀ ਦੀ ਗੱਲ ਕਰ ਰਹੇ ਸੀਗੇ ਉਸ ਵੇਲੇ ਵੀ ਅਸੀਂ ਸਵਿਫਟ ਗੱਡੀ ਦੀ ਗੱਲ ਕੀਤੀ ਸੀਗੀ ਸਵਿਫਟ ਗੱਡੀ 'ਚ ਵਾਈਟ ਕਲਰ 'ਚ 2 ਤੋਂ 3 ਬੰਦੇ ਉੱਥੋਂ ਆਉਂਦੇ ਆ ਤੇ ਉਹਨੂੰ ਨਾਲ ਲੈ ਕੇ ਉੱਥੋਂ ਨਿਕਲ ਜਾਂਦੇ ਨੇ ਹਾਲਾਂਕਿ ਹੁਣ ਹੋਰ ਵੀ ਪੁੱਛਗਿੱਛ ਹੋ ਰਹੀ ਹੈ ਕਿ ਅੱਗੇ ਕਿੱਥੇ ਗਏ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੀ ਗੱਲਾਂ ਕੀਤੀ ਤੁਹਾਡਾ ਫੋਨ ਯੂਜ਼ ਕੀਤਾ ਨਹੀਂ ਕੀਤਾ ਕਿਹਦੇ ਨਾਲ ਗੱਲ ਕੀਤੀ ਕਿਹਨੂੰ ਕਾਲ ਕੀਤਾ ਇਹ ਹੁਣ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜਿਹੜੇ ਟੌਪ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਜਿਹੜੀ FIR ਨੰਬਰ 19 ਹੋਈ ਸੀ 28 ਮਾਰਚ ਨੂੰ ਮੈਤਿਆਣਾ ਪੁਲਿਸ ਸਟੇਸ਼ਨ 'ਚ ਜਿਹੜਾ ਉੱਥੇ ਹੈ ਉੱਥੇ ਇਹਨਾਂ ਨੂੰ ਨੋਮੀਨੇਟ ਕਰਨ ਦੀ ਜਿਹੜੀ ਤਿਆਰੀ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ ਕਹਿ ਸਕਦੇ ਆ ਕਿ ਕਾਫੀ ਇਹਦੇ ਵਿੱਚ ਚੀਜ਼ਾਂ ਜਿਹੜੀ ਹੈ ਔਰ ਇਹਦੇ ਵਿੱਚ ਐਡ ਆਨ ਜਿਹੜੀ ਹੈ ਧਾਰਾ ਵੀ ਕੀਤੀ ਗਈ ਹੈ ਉਹਨੂੰ ਲੈ ਕੇ ਵੀ ਜਿਹੜੀ ਜਾਣਕਾਰੀ ਸਾਡੇ ਕੋਲ ਪੁਖਤਾ ਸੋਰਸਿਸ ਦੇ ਰਿਹਾ ਹੈ ਕਿਉਂਕਿ ਵਿਜੇ ਜਿਹੜੀ ਚੀਜ਼ਾਂ ਨੂੰ ਲੈ ਕੇ ਅੰਮ੍ਰਿਤਪਾਲ ਦੇ ਇੱਕ ਪੁਆਇੰਟ ਤੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿਉਂਕਿ ਪੁਲਿਸ ਦੀ ਥਿਊਰੀ ਪੁਲਿਸ ਦੀ ਇਨਵੈਸਟੀਗੇਸ਼ਨ ਜਦ ਤੱਕ ਕੋਈ ਵੀ ਫੜਿਆ ਨਹੀਂ ਜਾਂਦਾ ਬਹੁਤ ਇੱਕ ਪੁਆਇੰਟ ਤੇ ਕੰਮ ਕਰਦੀ ਔਰ ਬਹੁਤ ਹੀ ਸੀਕ੍ਰੇਟ ਹੁੰਦਾ ਹੈ बहुत ही सीक्रेट इन्वेस्टिगेशन होती है कि कितने लीक होगी तो वह जो बंदा है जिन्होंने आप फड़न जा रहे हैं वह भज ना जाए बहुत ही सीक्रेट जी हैगी इन्वेस्टिगेशन होती है इस केस भी इसी तरह पुलिस जी है पॉइंट टू पॉइंट काम करती हुई अगे जाती नजर आ रही है हालांकि ये भी जोड़े टॉप सोर्सिस जानकारी दे रहे हैं कि पापलप्रीत तो भी पुछगिछ कई चीज़ों का खुलासा जोड़ा है वह इन्वेस्टिगेशन
ਹੋਇਆ ਹੈ, ਸਾਹਮਣੇ ਆਇਆ। ਪਪਲਪ੍ਰੀਤ ਨੇ ਵੀ ਕਈ ਕਲੂਜ਼ ਜਿਹੜੇ ਹੈ ਉਹ ਪੁਲਿਸ ਨੂੰ ਦਿੱਤੇ ਸੀਗੇ, ਜੋ ਕਿ ਅੰਮ੍ਰਿਤਪਾਲ ਤੱਕ ਪਹੁੰਚਣ ਵਾਸਤੇ ਬਹੁਤ ਹੀ ਕਹਿ ਸਕਦੇ ਹਾਂ ਕਿ ਪੁਲਿਸ ਨੂੰ ਫਾਇਦਾ ਹੋ ਸਕਦਾ ਹੈ। ਔਰ ਇसी ਕੜੀ 'ਚ ਪੁਆਇੰਟ ਟੂ ਪੁਆਇੰਟ ਟੈਕਨੀਕਲ ਦੀ ਮਦਦ ਨਾਲ ਹੁਣ ਪੁਲਿਸ ਜਿਹੜੇ ਉਹ ਲੋਕਾਂ ਨਾਲ ਪਹੁੰਚਦੀ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਮਦਦ ਕੀਤੀ ਹੈ, ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਕਈ ਚੀਜ਼ਾਂ ਲੌਜਿਸਟਿਕ ਤੋਂ ਲੈ ਕੇ ਖਾਣ ਪੀਣ ਨੂੰ ਲੈ ਕੇ ਕਈ ਚੀਜ਼ਾਂ ਮੁਹੱਈਆ ਕਰਾਈ ਹੈ। ਤਾਂ ਕਹਿ ਸਕਦੇ ਹਾਂ ਕਿ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਨੈਟਵਰਕ ਜਿਹੜਾ ਹੈਗਾ ਅੰਮ੍ਰਿਤਪਾਲ ਦਾ ਚੱਲ ਰਿਹਾ ਹੈ। ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਵਿਜੇ, 18 ਤਾਰੀਖ ਤੋਂ ਲੈ ਕੇ 28 ਨੂੰ ਪੰਜਾਬ ਵਾਪਸ ਆਂਦਾ ਹੈ। 28 ਨੂੰ ਪੰਜਾਬ ਵਾਪਸ ਆ ਕੇ ਉੱਥੋਂ ਫਰਾਰ ਹੋ ਜਾਂਦਾ ਇਨੋਵਾ ਗੱਡੀ ਜਿਹੜੀ PB10 CK 0527 ਉਹ ਗੱਡੀ ਤੋਂ ਅੱਗੇ ਫਰਾਰ ਹੋ ਜਾਂਦਾ ਹੈ। ਅੱਗੇ ਕਿੱਥੇ ਜਾਂਦਾ ਹੈ? ਹਾਲਾਂਕਿ ਪੁਲਿਸ ਨੂੰ ਇਹ ਇਨਫੋਰਮੇਸ਼ਨ ਸੀਗੀ ਕਿ ਵਾਈਟ ਕਲਰ ਦੀ ਸਵਿਫਟ ਗੱਡੀ ਤੇ ਉਹ ਭੱਜਿਆ ਹੈ, ਉਹ ਇਹ ਇਨਪੁਟ ਸੀਗੀ, ਲੇਕਿਨ ਉਹ ਗੱਡੀ ਵੀ ਗਾਇਬ ਹੋ ਜਾਂਦੀ ਹੈ ਅਚਾਨਕ। ਉਹ ਬੰਦੇ ਕਿਹੜੇ ਸੀਗੇ, ਕੌਣ ਲੈ ਕੇ ਗਿਆ, ਕਿੱਥੇ ਗਿਆ? ਹੁਣ ਧੀਰੇ ਧੀਰੇ ਚੀਜ਼ਾਂ ਖੁੱਲਦੀਆਂ ਨਜ਼ਰ ਆ ਰਹੀ ਹੈ ਕਿ ਅੰਮ੍ਰਿਤਪਾਲ ਉੱਥੋਂ ਫਰਾਰ ਹੋ ਕੇ ਕਿੱਥੇ ਗਿਆ ਸੀਗਾ, ਉਸ ਤੋਂ ਅੱਗੇ ਕਿੱਧਰ ਗਿਆ, ਉਸ ਤੋਂ ਕਿਉਂਕਿ ਦੇਖੋ ਬੜੀ ਹੈਰਾਨ ਕਰ ਦੇਣੇ ਵਾਲੀ ਗੱਲ ਹੈ ਵਿਜੇ, ਅਸੀਂ ਲਗਾਤਾਰ ਉੱਥੇ ਜਾ ਕੇ ਮਨੋਜ ਇਸ ਦੇ ਵਿੱਚ ਇੱਕ ਸਵਾਲ ਹੋ ਰਿਹਾ ਹੈ ਦੱਸਿਆ। ਮਨੋਜ ਇਸ ਦੇ ਵਿੱਚ ਇੱਕ ਸਵਾਲ ਹੋ ਰਿਹਾ ਹੈ ਕਿ ਜਿਸ ਵੇਲੇ ਇਹ ਖਬਰ ਆਈ ਸੀ ਮਰਨਾਈਆਂ ਪਿੰਡ ਤੋਂ ਜਦੋਂ ਇਨੋਵਾ ਛੱਡ ਕੇ ਭੱਜੇ, ਤਾਂ ਲਗਾਤਾਰ ਆਪਾਂ ਇਸ ਨੂੰ 2 ਦਿਨ ਤੱਕ ਪੂਰੀ ਕਵਰੇਜ ਦਿੰਦੇ ਰਹੇ ਹਾਂ ਕਿ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲਡ ਕਰਤਾ, ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਹੋਇਆ ਹੈ। ਫਿਰ ਜੇ 4 ਕਿਲੋਮੀਟਰ ਜਾਂ 5 ਕਿਲੋਮੀਟਰ ਜਾ ਕੇ ਉਹ ਕਿਸੇ ਟਰਾਲੀ ਤੋਂ ਲਿਫਟ ਲੈਂਦਾ ਹੈ, ਉੱਥੋਂ ਭੱਜਦਾ ਹੈ, ਉੱਥੋਂ ਕਿਸੇ ਦੇ ਘਰੇ ਜਾਂਦਾ ਹੈ ਪਿੰਡ ਦੇ ਵਿੱਚ, ਕੀ ਇਸ ਚੀਜ਼ ਦੀ ਕਿਸੇ ਨੂੰ ਸੂਹ ਨਹੀਂ ਲੱਗੀ, ਕਿਸੇ ਨੂੰ ਕੰਸੋ ਨਹੀਂ ਮਿਲੀ? ਦੇਖੋ ਵਿਜੇ, ਇਹ ਲਗਾਤਾਰ ਅਸੀਂ ਕਵਰੇਜ ਕੀਤੀ ਹੈ ਉੱਥੇ ਜਾ ਕੇ, ਜਿੱਥੇ ਪਿੰਡ 'ਚ ਇਨੋਵਾ ਗੱਡੀ ਛੱਡ ਕੇ ਭੱਜਿਆ ਸੀਗਾ ਉਹਦੇ ਬਿਲਕੁਲ, ਜੇਕਰ ਤੁਸੀਂ ਦੇਖਿਆ ਹੋਣਾ, ਲਗਾਤਾਰ ਅਸੀਂ ਵੀ ਕਵਰੇਜ ਕੀਤੀ ਹੈ ਉੱਥੇ ਜਾ ਕੇ। ਨਾਲ ਜਿਹੜਾ ਪਿੰਡ ਲੱਗਦਾ ਹੈ ਉਹਦੇ ਨਾਲ ਹੀ ਖੇਤ ਹੈ, ਇੰਟਰਨਲੀ ਜਿਹੜੇ ਰੋਡਸ ਬਣੇ ਹੋਏ ਨੇ, ਕੱਚੇ ਰੋਡ ਸੇ ਇੰਟਰਨਲੀ ਖੇਤਾਂ ਦੇ ਵਿੱਚ ਉੱਥੇ ਰੋਡਸ ਬਣੇ ਹੋਏ ਨੇ ਤੇ ਜਿਹੜੀ ਕਨੈਕਟੀਵਿਟੀ ਹੈ ਸਾਰੇ ਪਿੰਡਾਂ ਦੀ, ਜਿਹੜਾ ਜਿੱਥੇ ਇਹ ਪਿੰਡ ਸੀਗਾ ਜਿੱਥੋਂ ਫਰਾਰ ਹੋਇਆ ਸੀਗਾ ਉਹਦੇ ਨਾਲ ਦੀ ਪਿੰਡ ਦੀ ਕਨੈਕਟੀਵਿਟੀ ਬਿਲਕੁਲ ਨਾਲ ਹੈ। ਯਾਨੀ ਖੇਤ ਨੇ, ਖੇਤਾਂ ਦੇ ਨਾਲ ਜਿਹੜਾ ਇੰਟਰਨਲ ਰੋਡ ਜਾ ਰਹੇ ਔਰ ਬੜੇ ਆਸਾਨੀ ਨਾਲ ਦੂਜੇ ਤੋਂ ਤੀਜੇ ਤੋਂ ਚੌਥੇ ਤੋਂ ਪੰਜਵੇਂ ਪਿੰਡ ਆਰਾਮ ਨਾਲ ਪਹੁੰਚ ਸਕਦੇ ਆ। ਔਰ ਇਹੀ ਪੁਲਿਸ ਵੀ ਮੰਨ ਕੇ ਚੱਲ ਰਹੀ ਹੈ ਕਿ ਇਸੇ ਤਰ੍ਹਾਂ ਹੋਇਆ ਹੈ ਕਿ ਕਿਸ ਤਰ੍ਹਾਂ ਉੱਥੇ ਭੱਜਿਆ, ਉਹ ਭੱਜ ਕੇ ਉਹ ਖੇਤਾਂ ਦੇ ਅੰਦਰ ਜਾ ਕੇ ਦੂਜੇ ਪਿੰਡ ਦੀ ਕਨੈਕਟੀਵਿਟੀ ਤੀਜੇ ਪਿੰਡ 'ਚ ਕ੍ਰਾਸ ਕਰਕੇ, ਯਾਨੀ ਕਿ ਜਿੱਥੇ ਇਹ ਪਿੰਡ ਹੈਗਾ ਰਾਜਪੁਰ ਭਾਈਆਂ ਜਿਹਦੇ ਤੁਸੀਂ ਗੱਲ ਕਰ ਰਹੇ ਹੋ, ਇਹ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਆਪੋਜ਼ਿਟ ਹੈਗਾ। ਯਾਨੀ ਕਿ ਉਸ ਤੋਂ ਅੱਗੇ ਜਾ ਕੇ ਜਿੱਥੇ ਇਨੋਵਾ ਗੱਡੀ ਛੱਡ ਕੇ ਭੱਜੇ ਸੀਗੇ ਉਸ ਤੋਂ 4 ਤੋਂ 5 ਕਿਲੋਮੀਟਰ ਜਾ ਕੇ ਆਪੋਜ਼ਿਟ ਸਾਈਡ ਇਹ ਪਿੰਡ ਹੈਗਾ। ਯਾਨੀ ਕਿ ਹਾਲਾਂਕਿ ਸਰਚ ਆਪਰੇਸ਼ਨ ਲਗਾਤਾਰ ਜਾਰੀ ਸੀਗਾ, ਲਗਾਤਾਰ ਅਸੀਂ ਕਵਰੇਜ ਕੀਤੀ ਹੈ, ਲਗਾਤਾਰ ਸਰਚ ਆਪਰੇਸ਼ਨ ਤੇ ਪੁਲਿਸ ਦੀ ਜਿਹੜੀ ਹੋਰ ਟੀਮਾਂ ਜਿਹੜੀ ਖੁਦ ਉੱਥੇ ਗੁਰਜਨ ਸਿੰਘ ਢਿੱਲੋਂ ਜਿਹੜੇ ਹੈਗੇ ਉਹ ADGP ਉੱਥੇ ਮੌਜੂਦ ਸੀਗੇ, SSP ਹੁਸ਼ਿਆਰਪੁਰ ਉੱਥੇ ਪਹੁੰਚੇ ਹੋਏ ਸੀਗੇ, ਖੁਦ ਜਿਹੜੇ ਇਸ ਪੂਰੇ ਜਲੰਧਰ ਦੀ ਜਿਹੜੀ ਪੁਲਿਸ ਹੈ ਅੰਮ੍ਰਿਤਪਾਲ ਮਾਮਲੇ 'ਚ ਸਾਰੀ ਉੱਥੇ ਪਹੁੰਚੀ ਹੋਈ ਸੀ। ਪੂਰਾ ਘੇਰਾ ਤਾਂ ਪਾਇਆ ਸੀਗਾ, ਲੇਕਿਨ ਉਸ ਤੋਂ ਬਾਵਜੂਦ ਕਿਸ ਤਰ੍ਹਾਂ ਉਹ ਨਿਕਲ ਗਿਆ, ਕਿਸ ਤਰ੍ਹਾਂ ਉਹਨੂੰ ਲੈ ਕੇ ਗਏ, ਕਿਹੜੀ ਗੱਡੀ ਯੂਜ਼ ਕੀਤੀ, ਨੰਬਰ ਪਲੇਟ ਫੇਕ ਯੂਜ਼ ਕੀਤਾ ਨਹੀਂ ਕੀਤਾ, ਹੁਣ ਤਾਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਲੇਕਿਨ ਇਹਦੇ ਵਿੱਚ ਬੜੇ ਸ਼ਾਤਿਰ ਤਰੀਕੇ ਨਾਲ ਤੁਸੀਂ ਵੇਖੋ ਵਿਜੇ ਕਿ 18 ਤਾਰੀਖ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ 10 ਕਦਮ 15 ਕਦਮ ਅੰਮ੍ਰਿਤਪਾਲ ਅੱਗੇ ਚੱਲ ਰਿਹਾ ਔਰ ਬਹੁਤ ਸਾਰੀ ਚੀਜ਼ਾਂ ਪਪਲਪ੍ਰੀਤ ਨੇ ਵੀ ਖੁਲਾਸੇ ਕੀਤੇ ਹੈ। ਹਾਲਾਂਕਿ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਬੜਾ ਹੀ ਸੀਕ੍ਰੇਟ, ਪੁਲਿਸ ਦੇ ਕੋਲ ਕਈ ਚੀਜ਼ਾਂ ਦਾ ਕਲੂ ਵੀ ਜਿਹੜਾ ਹੈਗਾ ਉਹ ਹਾਸਿਲ ਹੋਇਆ। ਹੁਣ ਇਹ ਦੋਵੇਂ ਭਰਾਵਾਂ ਦੀ ਗੱਲ ਕਰ ਲਈਏ ਕਿ ਹੁਣ ਦੋਵੇਂ ਭਰਾ ਨੇ ਕਈ ਚੀਜ਼ਾਂ ਦਾ ਖੁਲਾਸਾ ਜਿਹੜਾ ਹੈਗਾ ਉਹ ਕੀਤਾ ਹੈ ਕਿ ਜਿਹਦੇ ਵਿੱਚ ਹੁਣ ਪੁਲਿਸ ਉਹਦੇ ਅੱਗੇ ਤੋਂ ਅੱਗੇ ਕੰਮ ਕਰ ਰਹੀ ਹੈ। ਅੱਗੇ ਤੋਂ ਅੱਗੇ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਕਿ ਕਿਹੜੇ ਲੋਕ ਆਏ ਸੀ, ਕਿਸ ਤਰ੍ਹਾਂ ਦੀ ਗੱਲਾਂ ਹੋਈ, ਅੰਮ੍ਰਿਤਪਾਲ ਕੱਲਾ ਸੀਗਾ ਜਾਂ ਹੋਰ ਉਹਦੇ ਨਾਲ ਸੀ, ਅੰਮ੍ਰਿਤਪਾਲ ਦੇ ਨਾਲ ਹੋਰ ਕੋਈ ਸੀਗਾ, ਉਹਦੇ ਕੋਲ ਮੋਬਾਈਲ ਸੀਗਾ, ਉਹਨੇ ਕੋਈ ਗੱਲਬਾਤ ਕੀਤੀ ਤੁਹਾਡੇ ਮੋਬਾਈਲ ਤੋਂ, ਇਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਹੁਣ ਲਗਾਤਾਰ ਪੁੱਛਗਿੱਛ ਹੋ ਰਹੀ ਹੈ। ਗੁਰਦੀਪ ਤੇ ਕੁਲਦੀਪ ਦੋਵੇਂ ਸਗੇ ਭਰਾ ਨੇ, ਜਿਹੜਾ ਮਾਈਨਿੰਗ ਦਾ ਛੋਟਾ ਮੋਟਾ ਜਿਹੜਾ ਕੰਮ ਕਰਦਾ, ਇਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਗਰੀਬ ਪਰਿਵਾਰ ਤੋਂ ਨੇ ਤੇ ਛੋਟਾ ਮੋਟਾ ਮਾਈਨਿੰਗ ਦਾ ਜਿਹੜਾ ਰਾਤ ਨੂੰ ਕੰਮ ਹੁੰਦਾ, ਟਰਾਲੀਆਂ ਭਰ ਗਈ, ਮਿੱਟੀ ਭਰ ਲਈ, ਰੇਤਾ ਭਰ ਲਿਆ, ਇਸ ਤਰ੍ਹਾਂ ਦਾ ਕੰਮ ਕਰਦੇ ਔਰ ਉਹਨਾਂ ਨੇ ਇਹ ਸਾਰੀ ਜਾਣਕਾਰੀ ਜਿਹੜੀ ਹੈ, ਜਿਹੜੇ ਟਾਪ ਸੋਰਸਿਸ ਦੇ ਰਹੇ ਕਿ ਉਹਨਾਂ ਨੇ ਇਹ ਜਾਣਕਾਰੀ ਜਿਹੜੀ ਹੈ ਹੁਣ ਤੱਕ ਦੀ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਦਿੱਤੀ ਹੈ। ਜੀ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ। ਤਾਂ ਨਵੀਆਂ ਜਿਹੜੀਆਂ ਕੜੀਆਂ ਨੇ ਉਹ ਜੁੜਦੀਆਂ ਨਜ਼ਰ ਆ ਰਹੀਆਂ ਨੇ, ਜਿਵੇਂ ਪੁਲਿਸ ਅੰਮ੍ਰਿਤਪਾਲ ਦਾ ਪਿੱਛਾ ਕਰ ਰਹੀ ਹੈ, ਅੰਮ੍ਰਿਤਪਾਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਹਾਰੋ ਕੜੀ ਪੁਲਿਸ ਜੋੜ ਰਹੀ ਹੈ, ਹਾਰੋ ਐਂਗਲ ਪੁਲਿਸ ਖੰਗਾਲ ਰਹੀ ਹੈ ਕਿ ਕਿਸੇ ਵੀ ਤਰੀਕੇ ਅੰਮ੍ਰਿਤਪਾਲ ਤੱਕ ਪਹੁੰਚਿਆ ਜਾ ਸਕੇ ਤੇ ਉਸ ਨੂੰ ਪੁਲਿਸ ਹਿਰਾਸਤ 'ਚ ਲਿਆ ਜਾ ਸਕੇ। ਤੇ ਉਧਰ ਹੁਸ਼ਿਆਰਪੁਰ ਦੇ ਹੀ ਪਿੰਡ ਰਾਏਪੁਰ ਤੋਂ ਵੀ ਪੁਲਿਸ ਨੇ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਜਿਸ ਤਰੀਕੇ ਨਾਲ ਅਸੀਂ ਲਗਾਤਾਰ ਕੜੀਆਂ ਦਾ ਜ਼ਿਕਰ ਕਰ ਰਹੇ ਹਾਂ ਕਿ ਕੜੀ ਦਰ ਕੜੀ ਪੁਲਿਸ ਜੋੜ ਰਹੀ ਹੈ ਅੰਮ੍ਰਿਤਪਾਲ ਤੱਕ ਪਹੁੰਚਣ ਦੇ ਲਈ, ਔਰ ਕਿਸ ਵਿਅਕਤੀ ਨੂੰ ਅੰਮ੍ਰਿਤਪਾਲ ਮਿਲਿਆ, ਕਿਸ ਵਿਅਕਤੀ ਨੇ ਅੰਮ੍ਰਿਤਪਾਲ ਨੂੰ ਪਨਾਹ ਦਿੱਤੀ, ਕਿਸ ਵਿਅਕਤੀ ਨੇ ਅੰਮ੍ਰਿਤਪਾਲ ਨੂੰ ਕੱਪੜੇ ਦਿੱਤੇ, ਕਿਸ ਵਿਅਕਤੀ ਨੇ ਅੰਮ੍ਰਿਤਪਾਲ ਨੂੰ ਖਾਣਾ ਖਵਾਇਆ, ਹਰ
ਐਂਗਲ ਪੁਲਿਸ ਜੋੜ ਕੇ ਦੇਖ ਰਹੀ ਹੈ, ਹਰ ਕੜੀ ਪੁਲਿਸ ਜੋੜ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਰਾਏਪੁਰ 'ਚ ਇੱਕ NRI ਦੀ ਕੋਠੀ ਹੈ। ਉਸ NRI ਦੀ ਕੋਠੀ ਦਾ ਜਿਹੜਾ ਕੇਅਰ ਟੇਕਰ ਹੈ ਉਸ ਵੱਲੋਂ ਅੰਮ੍ਰਿਤਪਾਲ ਨੂੰ ਪਨਾਹ ਦਿੱਤੀ ਗਈ। ਇਹ ਵੀ ਖਬਰ ਆ ਰਹੀ ਹੈ ਅੰਮ੍ਰਿਤਪਾਲ ਦਾ ਮਦਦਗਾਰ ਜਿਹੜਾ ਹੈ ਇੱਕ ਹੋਰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਹੀ ਅੰਮ੍ਰਿਤਪਾਲ ਨੂੰ ਪਨਾਹ ਦੇਣ ਦਾ ਸ਼ੱਕ ਹੈ ਇਸ ਵਿਅਕਤੀ ਤੇ। NRI ਦੀ ਕੋਠੀ ਦਾ ਇਹ ਕੇਅਰ ਟੇਕਰ ਹੈ ਔਰ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ। ਰਾਏਪੁਰ ਪਿੰਡ ਹੈ ਹੁਸ਼ਿਆਰਪੁਰ ਦਾ, ਜਿੱਥੇ ਇਹ ਘਰ ਬੰਦ ਪਿਆ ਸੀ, ਕੋਠੀ ਬੰਦ ਪਈ ਸੀ। ਇੱਥੇ ਅੰਮ੍ਰਿਤਪਾਲ ਰੁਕਿਆ ਸੀ। ਕੇਅਰ ਟੇਕਰ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਜੋ ਜਾਣਕਾਰੀ ਸੋਰਸਸ ਤੋਂ ਆਈ ਹੈ 30 ਤੇ 31 ਮਾਰਚ ਦੀ, ਇਹ ਵੀ ਪਤਾ ਲੱਗਿਆ। ਜਿਹੜੀ ਅਸੀਂ ਮਨੋਜ ਰਾਠੀ ਨਾਲ ਗੱਲ ਕਰ ਰਹੇ ਸੀ, ਇਹ 28 ਮਾਰਚ ਦੀ ਗੱਲ ਹੈ। ਜਿਹੜੇ ਦੋ ਭਰਾ ਜਿਹੜੇ ਮਾਈਨਿੰਗ ਕਰ ਰਹੇ ਸੀ, ਜਿਨ੍ਹਾਂ ਦੇ ਕੋਲੋਂ ਅੰਮ੍ਰਿਤਪਾਲ ਨੇ ਮਦਦ ਮੰਗੀ ਸੀ, ਇਹ 28 ਮਾਰਚ ਦੀ ਗੱਲ ਹੈ। ਹੁਣ 30 ਤੇ 31 ਮਾਰਚ ਨੂੰ ਅੰਮ੍ਰਿਤਪਾਲ ਜਿੱਥੇ ਰੁਕਿਆ ਸੀ, ਉਹ ਵਿਅਕਤੀ ਜਿਹੜਾ ਹੈ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ। ਅਮਰੀਕ ਸਿੰਘ ਸਾਡੇ ਸਹਿਯੋਗੀ ਹੁਸ਼ਿਆਰਪੁਰ ਤੋਂ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਅਮਰੀਕ, ਥੋੜਾ ਜਿਹਾ ਜਾਨਣਾ ਚਾਹਾਂਗੇ ਕਿ ਇਹ ਵਿਅਕਤੀ ਕਿ ਪੁਲਿਸ ਨੇ ਇਸ ਬਾਬਤ ਕੋਈ ਜਾਣਕਾਰੀ ਦਿੱਤੀ ਹੈ ਕਿ ਇਹ ਵਿਅਕਤੀ ਜਿਹੜਾ ਹੈ ਕਿਸ ਤਰੀਕੇ ਨਾਲ ਇਸਨੇ ਅੰਮ੍ਰਿਤਪਾਲ ਦੀ ਮਦਦ ਕੀਤੀ ਔਰ ਕਿਵੇਂ ਅੰਮ੍ਰਿਤਪਾਲ ਇਹਦੇ ਤੱਕ ਪਹੁੰਚਿਆ, ਕਿਵੇਂ ਅਪਰੋਚ ਕੀਤੀ ਔਰ ਕਿੰਨਾ ਚਿਰ ਇਹਦੇ ਕੋਲ ਰਿਹਾ? ਜੀ ਵਿਜੇਪਾਲ, ਮੈਂ ਦੱਸਣਾ ਚਾਹਨਾ ਜੀ, ਇਹ 30 ਰਾਤ ਦੀ ਘਟਨਾ ਜੋ ਸੋਰਸਿਸ ਦੱਸ ਰਹੇ ਨੇ ਕਿ ਹੁਸ਼ਿਆਰਪੁਰ ਤੋਂ ਜੇਕਰ ਗੱਲ ਮਰਨਾਈਆਂ ਦੀ 28 ਰਾਤ ਦੀ ਕੀਤੀ ਜਾਵੇ ਤਾਂ ਉੱਥੋਂ ਇਹ 15 ਕਿਲੋਮੀਟਰ ਦੇ ਕਰੀਬ ਪਿੰਡ ਹੈ, ਕਿਉਂਕਿ ਪਿੰਡਾਂ ਦੇ ਵਿੱਚੋਂ ਰਾਸਤਾ ਸਿੱਧਾ ਨਿਕਲ ਕੇ ਸ਼ਾਰਟਕਟ ਉਸ ਸ਼ਾਮ 84 ਦੇ ਪਿੰਡ ਤੱਕ ਪਹੁੰਚਦਾ ਹੈ। ਸੋਰਸਿਸ ਦੱਸ ਰਹੇ ਨੇ ਕਿ 29 ਅਤੇ 30 ਰਾਤ ਨੂੰ ਉੱਥੇ ਰੁਕਿਆ ਹੈ ਤੇ ਜਿਹੜੀ ਸਾਡੀ ਪਿੰਡ ਵਾਲਿਆਂ ਦੇ ਨਾਲ ਗੱਲ ਹੋਈ ਹੈ, ਪਿੰਡ ਵਾਲਿਆਂ ਨੇ ਵੀ ਇਹੀ ਕਿਹਾ ਕਿ ਜਿਹੜੀ ਇਹ ਕੋਠੀ ਹੈ ਦੋਨੋਂ ਭਰਾ NRI ਨੇ, ਇੱਕ ਭਰਾ ਦੁਬਈ ਦੇ ਵਿੱਚ ਅਤੇ ਦੂਸਰਾ ਭਰਾ ਹੋਰ ਕਿਸੇ ਦੇਸ਼ ਦੇ ਵਿੱਚ ਆ। ਤੇ ਉਹਨਾਂ ਦੀ ਕਾਲ ਆਈ ਸੀ ਜੋ ਕੇਅਰ ਟੇਕਰ ਕਰ ਰਿਹਾ, ਉਹਦੀ ਫੈਮਿਲੀ ਨੇ ਕੈਮਰੇ ਅੱਗੇ ਆਉਣ ਤੋਂ ਤਾਂ ਮਨਾ ਕੀਤਾ, ਪਰ ਉਹਨਾਂ ਨੇ ਦਬਦੀ ਜ਼ਬਾਨ ਵਿੱਚ ਕਿਹਾ ਕਿ ਉਹਨਾਂ ਦੇ ਜੋ ਮਾਲਕ ਨੇ ਉਹਨਾਂ ਦੀ ਕਾਲ ਆਈ ਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਕੋਠੀ ਦੇ ਵਿੱਚ ਰਹਿਣ ਲਈ ਆ ਰਿਹਾ, ਤੁਸੀਂ ਕੋਠੀ ਖੋਲ ਦਿਓ। ਤੇ ਉਹਨਾਂ ਨੇ ਜਦੋਂ ਕੋਠੀ ਖੋਲ ਦਿੱਤੀ 29 ਅਤੇ 30 ਰਾਤ ਉੱਥੇ ਉਹ ਰੁਕਿਆ ਤੇ ਜਿਸ ਤੋਂ ਚਲਾ ਗਿਆ ਉੱਥੋਂ। ਜਿਸ ਤੋਂ ਬਾਅਦ ਸਾਡੀ ਘਰ ਵਾਲਿਆਂ ਨਾਲ ਗੱਲ ਹੋਈ, ਉਹ ਵੀ ਇਹੀ ਕਹਿੰਦੇ ਕਿ ਸਾਨੂੰ ਨਹੀਂ ਪਤਾ ਸੀ ਕਿ ਇਹ ਅੰਮ੍ਰਿਤਪਾਲ ਹੈ। ਜਾਣ ਤੋਂ 2 ਦਿਨ ਬਾਅਦ ਹੀ ਸਾਨੂੰ ਪਤਾ ਲੱਗਾ ਕਿ ਇਸ ਕੋਠੀ ਦੇ ਵਿੱਚ ਅੰਮ੍ਰਿਤਪਾਲ ਰੁਕਿਆ ਸੀ। ਤਾਂ ਸ਼ਾਮ 84 ਪੁਲਿਸ ਵੱਲੋਂ ਪੁਲਿਸ ਅਤੇ ਜਲੰਧਰ ਦੀ ਪੁਲਿਸ ਨੇ ਜੋ ਕੇਅਰ ਟੇਕਰ ਸੀ ਉਸ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਹੋਰ ਪੁੱਛਗਿੱਛ ਕਰ ਰਹੇ ਆ ਤੇ ਆਸ ਹੈ ਕਿ ਉਸਦੇ ਜੋ ਬਿਆਨ ਹੋਣਗੇ ਜਾਂ ਉਹ ਖੁਲਾਸਾ ਕਰੇਗਾ ਉਸਦੇ ਉੱਤੇ ਹੀ ਕੋਈ ਪੁਲਿਸ ਤੱਥ ਕਰੇਗੀ। ਪਰ ਇਹਦੇ ਚ ਖਾਸ ਗੱਲ ਵੀ ਇਹ ਹੈ ਕਿ ਉਸ ਘਰ ਦੇ ਵਿੱਚ ਜੋ 2 CCTV ਲੱਗੇ ਹੋਏ ਨੇ, ਇੱਕ CCTV ਜਿੱਥੋਂ ਐਂਟਰੈਂਸ ਹੁੰਦੀ ਹੈ ਤੇ ਇੱਕ ਉਸ ਕਮਰੇ ਦੇ ਵਿੱਚ, ਤੇ ਉਹ ਪੁਲਿਸ ਜੋ DVR ਹੈ ਉਹ ਵੀ ਨਾਲ ਲੈ ਗਈ ਹੈ। ਉਸ ਤੋਂ ਵੀ ਬਹੁਤ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਜੀ ਜੀ। ਅੱਛਾ ਅਮਰੀਕ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਜਿਹੜਾ NRI ਹੈ ਇਹ ਦੁਬਈ ਰਹਿ ਰਿਹਾ ਇੱਕ ਭਰਾ ਔਰ ਉਹਨਾਂ ਨੇ ਫੋਨ ਕੀਤਾ, ਸੋ ਕੀ ਪੁਲਿਸ ਇਸ ਐਂਗਲ ਤੋਂ ਵੀ ਜ਼ਾਹਿਰ ਜੀ ਗੱਲ ਹੈ ਪੁੱਛਗਿੱਛ ਕਰ ਰਹੀ ਹੋਏਗੀ ਕਿ ਕੀ ਉਹ ਅੰਮ੍ਰਿਤਪਾਲ ਦੇ ਕੋਈ ਪੁਰਾਣੇ ਰਿਲੇਸ਼ਨ ਚੋਂ ਸੀ, ਕਿਉਂਕਿ ਅੰਮ੍ਰਿਤਪਾਲ ਦੀ ਵੀ ਬੈਕਗ੍ਰਾਉਂਡ ਜਿਹੜੀ ਆ ਉਹ ਦੁਬਈ ਦੀ ਹੈ? ਜੀ ਬਿਲਕੁਲ ਵਿਜੇ, ਇਹਦੇ ਪੁਲਿਸ ਹਰ ਉਹ ਐਂਗਲ ਦੇਖ ਰਹੀ ਹੈ ਕਿ ਪਹਿਲਾਂ ਅੰਮ੍ਰਿਤਪਾਲ ਵੀ ਦੁਬਈ ਦੇ ਵਿੱਚ ਸੀ ਅਤੇ ਜੋ ਇੱਕ ਉਸ NRI ਕੋਠੀ ਦਾ ਮਾਲਕ ਹੈ ਉਹ ਵੀ ਇੱਕ ਦੁਬਈ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਹਿੰਦਾ। ਹੋ ਸਕਦਾ ਹੈ ਕਿ ਅੰਮ੍ਰਿਤਪਾਲ ਨੂੰ ਕੋਈ ਪੁਰਾਣੇ ਸਮੇਂ ਦਾ ਜਾਣਦਾ ਹੋਵੇ ਤੇ ਇਸੇ ਕਰਕੇ ਦੁਬਈ ਤੋਂ ਕਾਲ ਆਈ ਸੀ ਜਾਂ ਕਿਸੇ ਹੋਰ ਦੇਸ਼ ਤੋਂ ਕਾਲ ਆਈ ਸੀ। ਪੁਲਿਸ ਇਸ ਹਰ ਐਂਗਲ ਦੇ ਉੱਤੇ ਕਰ ਰਹੀ ਹੈ ਤੇ ਜਿਸ ਵਿਅਕਤੀ ਨੂੰ ਕੇਅਰ ਟੇਕਰ ਹੈ ਉਸਦਾ ਫੋਨ ਵੀ ਕਬਜ਼ੇ ਵਿੱਚ ਲੈ ਲਿਆ ਤੇ ਉਸਦੀ ਵੀ ਛਾਣਬੀਨ ਕੀਤੀ ਜਾ ਰਹੀ ਹੈ। ਠੀਕ ਹੈ ਧੰਨਵਾਦ ਅਮਰੀਕ ਇਸ ਜਾਣਕਾਰੀ ਦੇ ਲਈ। ਤਾਂ ਇਹ ਵੀ ਬੜੀ ਇੰਪੋਰਟੈਂਟ ਇਨਪੁਟ ਹੈ ਜਿਹੜੀ ਪੁਲਿਸ ਖੰਗਾਲ ਰਹੀ ਹੈ। ਹਾਲਾਂਕਿ CCTV ਇਸ ਦੇ ਵਿੱਚ ਪੁਲਿਸ ਦੇ ਹੱਥ ਕੀ ਲੱਗੀ ਹੈ ਜਾਂ CCTV 'ਚ ਕੀ ਤਸਵੀਰਾਂ ਨੇ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪਰ ਇਹ ਘਰ ਜਿਹੜਾ ਹੈ ਇਹ ਪਿੰਡ ਉਸ ਪਿੰਡ ਤੋਂ ਮਰਨਾਈਆਂ ਪਿੰਡ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਸੀ, ਮਰਨਾਈਆਂ ਪਿੰਡ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਤੇ ਹੈ, ਕਿਉਂਕਿ ਜਿਹੜਾ ਵਿਚਕਾਰ ਪਿੰਡ ਆਉਂਦਾ ਹੈ ਜਿੱਥੇ ਪਹਿਲਾਂ 2 ਭਰਾਵਾਂ ਨੇ ਅੰਮ੍ਰਿਤਪਾਲ ਦੀ ਮਦਦ ਕੀਤੀ ਹੈ, ਇਹ ਥਿਊਰੀ ਜਾਂ ਇਹ ਕੜੀ ਜੁੜੀ ਉਹ 5-7 ਕਿਲੋਮੀਟਰ ਤੇ ਸੀ ਤੇ ਇਹ ਪਿੰਡ ਜਿਹੜਾ ਹੈ ਇਹ 10-11 ਕਿਲੋਮੀਟਰ ਤੇ ਹੈ, 12-13 ਕਿਲੋਮੀਟਰ ਤੇ ਹੈ, ਜਿੱਥੇ ਪੁਲਿਸ ਵੱਲੋਂ ਇਸ ਜਿਹੜੇ CCTV ਹੈ ਉਹ ਵੀ ਖੰਗਾਲੇ ਜਾ ਰਹੇ ਨੇ। ਔਰ ਜੋ ਇਹ NRI ਹੈ ਜਿਸ ਦੀ ਇਹ ਕੋਠੀ ਹੈ, ਜਿਸ ਦਾ ਇਹ ਘਰ ਦੱਸਿਆ ਜਾ ਰਿਹਾ, ਉਹ NRI ਦੁਬਈ ਨਾਲ ਸੰਬੰਧਿਤ ਹੈ। ਇਸ ਕਰਕੇ ਅੰਮ੍ਰਿਤਪਾਲ ਦੇ ਪੁਰਾਣੇ ਲਿੰਕ ਵੀ ਇਸ ਵਿਅਕਤੀ ਦੇ ਨਾਲ ਖੰਗਾਲਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਅੱਗੇ ਤਰਨਤਾਰਨ ਤੋਂ ਅਸੀਂ ਕੁਝ ਤਸਵੀਰਾਂ ਦਿਖਾਉਣੇ ਆ। ਤਰਨਤਾਰਨ ਦੇ ਵਿੱਚ ਅੰਮ੍ਰਿਤਪਾਲ ਦੇ ਪੋਸਟਰ ਲੱਗੇ ਨੇ, ਪੁਲਿਸ ਨਾਕਿਆਂ ਤੇ ਇਹ ਅੰਮ੍ਰਿਤਪਾਲ ਦੇ ਪੋਸਟਰ ਲਾਏ ਗਏ ਨੇ। ਅੰਮ੍ਰਿਤਪਾਲ ਦੀ ਭਾਲ ਨੂੰ ਲੈ ਕੇ ਪੁਲਿਸ ਹਰ ਉਹ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਪੁਲਿਸ ਨੂੰ ਕੋਈ ਵੀ ਵਿਅਕਤੀ ਕਲੂ ਦੇ ਸਕੇ, ਜਾਣਕਾਰੀ ਦੇ ਸਕੇ ਕਿ ਅੰਮ੍ਰਿਤਪਾਲ ਕਿੱਥੇ ਲੁਕਿਆ ਹੋ ਸਕਦਾ ਹੈ, ਕਿੱਥੇ ਗਿਆ ਹੋ ਸਕਦਾ ਹੈ। ਜੇ ਕੋਈ ਵੀ ਵਿਅਕਤੀ ਉਸ ਨੂੰ ਦੇਖੇ ਤਾਂ ਉਸ ਬਾਰੇ ਜਾਣਕਾਰੀ ਦੇ ਦੇ। ਇਸ ਦੀ
ਇਸ ਦੀ ਪੁਲਿਸ ਪੂਰੀ ਕੋਸ਼ਿਸ਼ ਦੇ ਵਿੱਚ ਆ। ਪੋਸਟਰ ਲਾਏ ਗਏ ਨੇ ਸ਼ਹਿਰ ਦੇ ਐਂਟਰੀ ਪੁਆਇੰਟਸ ਤੇ ਅੰਮ੍ਰਿਤਪਾਲ ਦੇ ਪੋਸਟਰ ਲੱਗੇ ਨੇ ਔਰ ਸੂਚਨਾ ਦੇਣ ਲਈ ਪੁਲਿਸ ਦੇ ਨੰਬਰ ਵੀ ਲਿਖੇ ਹੋਏ ਨੇ। ਇਹ ਪੁਲਿਸ ਬੈਰੀਕੇਡ ਤੇ ਤਸਵੀਰਾਂ ਨੇ ਪਪਲਪ੍ਰੀਤ ਦੀਆਂ ਤੇ ਅੰਮ੍ਰਿਤਪਾਲ ਦੀਆਂ। ਪਪਲਪ੍ਰੀਤ ਤਾਂ ਪੁਲਿਸ ਦੀ ਗਿਰਫਤ ਦੇ ਵਿੱਚ ਆ ਚੁੱਕਿਆ ਹੈ ਪਰ ਅੰਮ੍ਰਿਤਪਾਲ ਦੀ ਤਲਾਸ਼ ਜਾਰੀ ਹੈ। ਅੰਮ੍ਰਿਤਪਾਲ ਦੇ ਕੁਝ ਸਾਥੀਆਂ ਦੀਆਂ ਵੀ ਹੋਰ ਸਾਥੀਆਂ ਦੀਆਂ ਵੀ ਤਸਵੀਰਾਂ ਪੁਲਿਸ ਵੱਲੋਂ ਲਾਈਆਂ ਗਈਆਂ ਨੇ। ਉਹਨਾਂ 'ਚ ਇੱਕ ਤਸਵੀਰ ਪਪਲਪ੍ਰੀਤ ਦੀ ਵੀ ਹੈ। ਸਿਧਾਰਥ ਅਰੋੜਾ ਮੇਰੇ ਸਹਿਯੋਗੀ ਜੁੜੇ ਨੇ। ਸਿਧਾਰਥ, ਅਸੀਂ ਹਰ ਉਸ ਐਂਗਲ ਤੇ ਜਿਹੜਾ ਹੈ ਅਪਡੇਟ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਪੁਲਿਸ ਕਿਸ ਤਰੀਕੇ ਨਾਲ ਕੜੀਆਂ ਦਰ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਐਸੇ ਵਿੱਚ ਪੋਸਟਰ ਜਿਹੜੇ ਨੇ ਯਾਨੀ ਕੋਈ ਵੀ ਵਿਅਕਤੀ ਕੋਈ ਮਦਦ ਨਾ ਕਰੇ ਕਿਸੇ ਤਰੀਕੇ ਨਾਲ ਅੰਮ੍ਰਿਤਪਾਲ ਦੀ ਇਹ ਕੋਸ਼ਿਸ਼ ਹੈ ਜਾਂ ਕੋਈ ਵੀ ਵਿਅਕਤੀ ਅਗਰ ਕਿਸੇ ਨੂੰ ਕਲੂ ਮਿਲਦਾ ਹੈ ਕਿਸੇ ਨੂੰ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਦੀ ਮਦਦ ਕਰੇ ਤੇ ਇਸ ਬਾਬਤ ਸੂਚਨਾ ਦੇਵੇ। ਸਿਧਾਰਥ ਜੀ ਬਿਲਕੁਲ, ਇਹ ਗੱਲ ਕੀਤੀ ਜਾਵੇ ਤਾਂ ਜਿਹੜੇ ਪੋਸਟਰ ਨੇ ਜਿਹੜੇ ਸਾਰੇ ਜ਼ਿਲ੍ਹੇ ਦੇ ਵਿੱਚ ਸਰਹੱਦੀ ਜ਼ਿਲ੍ਹਾ ਹੋਣ ਦੇ ਨਾਤੇ ਜ਼ਿਲ੍ਹੇ ਦੇ ਵਿੱਚ ਲਗਾਏ ਗਏ ਨੇ ਔਰ ਲਗਾਤਾਰ ਅੰਮ੍ਰਿਤਪਾਲ ਦੀ ਸੂਚਨਾ ਦੇਣ ਨੂੰ ਲਗਾ ਕੇ ਇਹ ਪੋਸਟਰ ਲਗਾਏ ਗਏ ਨੇ ਔਰ ਇੱਥੋਂ ਤੱਕ ਕਿ ਹੁਣ ਤਾਂ ਜਿਹੜੇ ਪੋਸਟਰ ਨੇ ਇਹ ਨਾਕਿਆਂ ਤੇ ਵੀ ਲਗਾ ਦਿੱਤੇ ਗਏ ਨੇ ਕਿ ਨਾਕਿਆਂ ਦੇ ਉੱਪਰ ਕਿਤੇ ਕੋਈ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਅਗਰ ਕਿਤੇ ਨਾ ਕਿਤੇ ਕੋਈ ਭਣਕ ਲੱਗਦੀ ਹੈ ਤਾਂ ਉਸ ਦੇ ਉੱਪਰ ਇੱਕ ਨੰਬਰ ਵੀ ਜਾਰੀ ਕੀਤੇ ਗਏ ਨੇ ਪੁਲਿਸ ਵੱਲੋਂ ਕਿ ਉਸ ਦੇ ਉੱਪਰ ਸੂਚਨਾ ਦਿੱਤੀ ਜਾਵੇ ਤਾਂ ਜੋ ਗਿਰਫਤ ਦੇ ਵਿੱਚ ਅੰਮ੍ਰਿਤਪਾਲ ਜਿਹੜਾ ਆ ਸਕੇ। ਜੀ ਠੀਕ ਹੈ, ਧੰਨਵਾਦ ਸਿਧਾਰਥ ਇਸ ਜਾਣਕਾਰੀ ਦੇ ਲਈ। ਪੋਸਟਰ ਅਸੀਂ ਦਿਖਾ ਰਹੇ ਹਾਂ ਜਿਹੜੇ ਪੋਸਟਰ ਲਗਾਏ ਗਏ ਨੇ ਅੰਮ੍ਰਿਤਪਾਲ ਨੂੰ ਫੜਨ ਦੇ ਲਈ। ਜਿਸ ਦਿਨ ਤੋਂ ਅੰਮ੍ਰਿਤਪਾਲ ਫਰਾਰ ਹੋਇਆ ਉਸ ਨੂੰ ਫੜਨ ਦੇ ਲਈ ਪੁਲਿਸ ਲਗਾਤਾਰ ਪਿੱਛੇ ਲੱਗੀ ਹੋਈ ਹੈ ਔਰ ਇਹ ਵੀ ਪੁਲਿਸ ਵੱਲੋਂ ਜਿਹੜਾ ਹੈ ਪੋਸਟਰਾਂ ਦੇ ਜ਼ਰੀਏ ਵੀ ਹੁਣ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਦੇ ਧਿਆਨ ਦੇ ਵਿੱਚ ਐਸੀ ਗੱਲ ਆਉਂਦੀ ਹੈ, ਜੇ ਕਿਸੇ ਨੂੰ ਕੋਈ ਵੀ ਜਾਣਕਾਰੀ ਕੋਈ ਵੀ ਸੂਹ ਮਿਲਦੀ ਹੈ ਤਾਂ ਤੁਰੰਤ ਉਸ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਦੇ ਨਾਲ ਸਾਂਝੀ ਕੀਤੀ ਜਾਵੇ।